ਵੈਰੀ ਗੁੱਡ ਮਾਰਨਿੰਗ ਫਰੈਂਡਸ। ਅੱਜ ਆਪਾਂ ਟੌਪਿਕ ਕਰਨਾ ਸੀ ਕੰਟੀਜੈਂਟ ਆਫ ਕੰਟਰੈਕਟ। ਇਹ ਚੈਪਟਰ 3 ਦੇ ਵਿੱਚ ਆਉਂਦਾ ਕੰਟੀਜੈਂਸੀ ਆਫ ਦਾ ਕੰਟਰੈਕਟ। ਕੰਟੀਜੈਂਟ ਦਾ ਮਤਲਬ ਹੈ ਕੋਈ ਵੀ ਕੰਟਰੈਕਟ ਜਿਹਦੇ 'ਤੇ ਕਿਸੇ ਦੇ ਚੀਜ਼ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ, ਠੀਕ ਹੈ। ਜਾਂ ਮੰਨ ਲਓ ਆਪਾਂ ਇਹ ਕਹਿ ਸਕਦੇ ਹਾਂ ਕੰਟੀਜੈਂਟ ਕੰਟਰੈਕਟਰ ਦੋਜ਼ ਵਿਚ ਡਿਪੈਂਡ ਅਪੋਨ ਦਾ ਹੈਪਨਿੰਗ ਐਂਡ ਨੋਨ ਹੈਪਨਿੰਗ ਆਫ ਦਾ ਇਵੈਂਟ। ਕਿਸੇ ਚੀਜ਼ ਦੇ ਹੋਣ ਜਾਂ ਨਾ ਹੋਣ ਦਾ ਹੋਵੇ, ਠੀਕ ਹੈ। ਹੁਣ ਕੰਟੀਜੈਂਟ ਕੰਟਰੈਕਟ ਕਿਹੜੇ ਹੋ ਸਕਦੇ, ਜਿਵੇਂ ਮੰਨ ਲਓ ਕੋਈ ਇੰਸ਼ੋਰੈਂਸ ਦਾ ਕੰਟਰੈਕਟ ਹੈ, ਕੋਈ ਇੰਡੈਮਨਿਟੀ, ਕੋਈ ਗਰੰਟੀ ਦਾ ਕੰਟਰੈਕਟ ਹੈ, ਉਹ ਕੰਟੀਜੈਂਟ ਹੈ। ਲੈਟਸ ਸਪੋਜ਼ ਆਪਾਂ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਕੰਟਰੈਕਟ 'ਚ ਐਂਟਰ ਕਰਦੇ ਹਾਂ ਕਿ ਇੰਸ਼ੋਰੈਂਸ ਕੰਪਨੀ ਆਪਾਂ ਨੂੰ 1.5 ਲੱਖ ਰੁਪਇਆ ਦੇਗੀ ਅਗਰ ਆਪਣਾ ਘਰ ਅੱਗ ਦੇ ਵਿੱਚ ਜਲ ਜਾਂਦਾ। ਫਾਇਰ ਇੰਸ਼ੋਰੈਂਸ ਆਪਾਂ ਪਰਚੇਜ਼ ਕਰ ਲਈ ਤਾਂ ਇਹ ਕੀ ਇਹ ਕੰਟੀਜੈਂਟ ਹੈ। 1.5 ਲੱਖ ਆਪਾਂ ਨੂੰ ਕਦੋਂ ਮਿਲੇਗਾ, ਜਦੋਂ ਇਵੈਂਟ ਅਕਰ ਹੋਏਗਾ ਔਨ ਦਾ ਹੈਪਨਿੰਗ ਆਫ ਦਾ ਇਵੈਂਟ। ਔਰ ਜਾਂ ਫਿਰ ਆਪਾਂ ਕਹਿ ਸਕਦੇ ਨੋਨ ਹੈਪਨਿੰਗ ਆਫ ਦਾ ਇਵੈਂਟ। ਲੈਟਸ ਸਪੋਜ਼ ਘਰ ਨੂੰ ਬਰਨ ਹੋ ਗਿਆ ਘਰ ਫਾਇਰ ਦੇ ਨਾਲ, ਠੀਕ ਹੈ ਜੀ। ਤਦ ਕੀ ਹੋਏਗਾ, ਇੰਸ਼ੋਰੈਂਸ ਕੰਪਨੀ ਦੀ ਲਾਇਬਿਲਿਟੀ ਰਾਈਜ਼ ਹੋ ਜਾਏਗੀ ਆਪਾਂ ਨੂੰ ਪੇ ਕਰਨ ਦੀ। ਇਹ ਕੀ ਹੈ ਕੰਟੀਜੈਂਟ ਇਨ ਨੇਚਰ, ਠੀਕ ਹੈ, ਔਨ ਦਾ ਹੈਪਨਿੰਗ ਔਰ ਨੋਨ ਹੈਪਨਿੰਗ ਆਫ ਦਾ ਇਵੈਂਟ। ਹੁਣ ਇਹਦੇ ਵਿੱਚ ਨੈਕਸਟ ਜਿਹੜਾ ਪੁਆਇੰਟ ਆਉਂਦਾ, ਇਫ ਸਮ ਇਵੈਂਟ ਕੋਲੈਟਰਲ ਟੂ ਸੱਚ ਇਵੈਂਟ ਡਜ਼ ਔਰ ਡਜ਼ਨਟ ਨੋਟ ਹੈਪਨ, ਠੀਕ ਹੈ ਜੀ। ਇਹ 'ਚ ਦੋ ਤਰ੍ਹਾਂ ਦੇ ਹੈ, ਔਨ ਦਾ ਹੈਪਨਿੰਗ ਆਫ ਦਾ ਇਵੈਂਟ ਔਰ ਕੋਲੈਟਰਲ ਟੂ ਸੱਚ ਕੰਟਰੈਕਟ। ਹੁਣ ਕੋਲੈਟਰਲ ਵਾਲਾ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦੀ ਜਿਹਨਾਂ ਤੁਹਾਨੂੰ ਥੋੜ੍ਹਾ ਈਜ਼ੀਲੀ ਕਲੀਅਰ ਹੋ ਜਾਏਗਾ। ਲੈਟ ਸਪੋਜ਼ ਇੱਕ ਬੰਦਾ ਘਰ ਬਣਾ ਰਿਹਾ, ਠੀਕ ਹੈ ਜੀ। ਅਗਰ ਉਹ ਕਹਿ ਰਿਹਾ ਕਿ ਇੱਕ ਜਿਹੜਾ ਘਰ ਹੈ ਉਹ ਇੰਨੇ ਟਾਈਮ ਦੇ ਵਿੱਚ ਬਣ ਜਾਣਾ ਚਾਹੀਦਾ। ਲੈਟ ਸਪੋਜ਼ ਮੈਂ 2 ਮਹੀਨੇ ਦਾ ਟਾਈਮ ਦਿੱਤਾ ਕਿ ਇਸ ਟਾਈਮ ਦੇ ਵਿੱਚ ਘਰ ਜਿਹੜਾ ਹੈਗਾ ਉਹ ਬਣ ਜਾਣਾ ਚਾਹੀਦਾ। ਅਗਰ ਉਸ ਟਾਈਮ ਦੇ ਵਿੱਚ ਘਰ ਨਹੀਂ ਬਣਦਾ ਤਾਂ ਇਹ ਨਹੀਂ ਹੈਗਾ ਕਿ ਕੰਟਰੈਕਟਰ ਵੋਇਡ ਡਿਕਲੇਅਰ ਹੋ ਜਾਏਗਾ। ਲੈਟ ਸਪੋਜ਼ ਮੈਂ ਇਹ ਕਹਾਂ ਕਿ ਜਿਹੜਾ ਕੰਟਰੈਕਟ ਘਰ ਹੈ ਉਹ ਇਸ ਹਿਸਾਬ ਨਾਲ ਜਾਂ ਬਿਲਡਿੰਗ ਇਸ ਹਿਸਾਬ ਨਾਲ ਬਣਨੀ ਚਾਹੀਦੀ ਹੈ ਕਿ ਜਿਹੜਾ ਉਹ ਘਰ ਹੈ ਉਹ ਨਕਸ਼ਾ ਜਿਹੜਾ ਹੈਗਾ ਉਹ ਆਰਕੀਟੈਕਟ ਦੁਆਰਾ ਪਾਸ ਹੋਵੇ। ਤਾਂ ਹੁਣ ਕੋਲੈਟਰਲ ਇਵੈਂਟ ਕਿਹੜਾ, ਪਾਸਿੰਗ ਬਾਏ ਆਰਕੀਟੈਕਟ। ਘਰ ਬਣਾਉਣਾ, ਨਕਸ਼ਾ ਪਾਸ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਕੋਲੈਟਰਲ ਇਹਦੇ ਵਿੱਚ ਕੀ ਆਏਗਾ, ਆਰਕੀਟੈਕਟ ਦਾ ਨਕਸ਼ਾ ਪਾਸ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਸੈਕਿੰਡ ਕਿੱਦਾਂ, ਹੁਣ ਮੰਨ ਲਓ ਕੋਈ ਬੰਦਾ ਕਿਸੇ ਨਾਲ ਕੰਟੈਕਟ ਕਰਦਾ ਹੈ। ਇੱਕ ਆਪਾਂ ਲੋਸਟ ਡੌਗ ਵਾਲਾ ਕੇਸ ਕੀਤਾ ਸੀ, ਲਾਲਮਨ ਸ਼ੁਕਲਾ ਵਾਲਾ, ਗੋਰੀ ਦੱਤ ਵਰਸਸ ਲਾਲਮਨ ਸ਼ੁਕਲਾ, ਲੋਸਟ ਬॉय ਔਰ ਲੋਸਟ ਡੌਗ ਵਾਲਾ ਕੇਸ। ਉਹਦੇ ਵਿੱਚ ਕੀ ਸੀਗਾ, ਉਹਨੇ ਜਰਨਲੀ ਅਨਾਊਂਸ ਕੀਤਾ ਸੀਗਾ, ਪਰਟੀਕੂਲਰਲੀ ਕਿਸੇ ਨੂੰ ਵੀ ਨਹੀਂ ਇਹ ਗੱਲ ਕਹੀ ਸੀ ਵੀ ਮੈਂ ਤੁਹਾਨੂੰ ਇੰਨੇ ਪੈਸੇ ਦਊਂਗਾ, ਬਟ ਉਹਨੇ ਜਰਨਲ ਅਨਾਊਂਸ ਕਰ ਦਿੱਤਾ ਸੀ ਕਿ ਜੋ ਵੀ ਬੰਦਾ ਮੇਰਾ ਲੋਸਟ ਡੌਗ ਜਾਂ ਲੋਸਟ ਜਿਹੜਾ ਨੈਫਿਊ ਉਹ ਲੱਭ ਕੇ ਲੈ ਕੇ ਆਏਗਾ ਉਹਨੂੰ ਮੈਂ ਪੈਸੇ ਦੇਵਾਂਗਾ। ਹੁਣ ਜਿਹੜਾ ਵੀ ਬੰਦਾ ਇਸ ਤਰ੍ਹਾਂ ਦੇ ਕੰਟਰੈਕਟ 'ਚ ਐਂਟਰ ਕਰੇਗਾ ਉਹ ਬੇਸਿਕਲੀ ਤਾਂ ਕੰਟਰੈਕਟ ਪਰਟੀਕੂਲਰ ਕੰਟਰੈਕਟ ਨਹੀਂ ਹੈ, ਬਟ ਐਬਸੋਲਿਊਟ ਕਦੋਂ ਹੋ ਜਾਏਗਾ, ਜਦ ਕੋਈ ਉਹਨੂੰ ਲੱਭ ਕੇ ਲਿਆ ਦੇਗਾ ਅਤੇ ਉਹਨੂੰ ਪੈਸੇ ਉਹਦੇ ਰਿਟਰਨ 'ਚ ਦੇ ਦੇਗਾ, ਠੀਕ ਹੈ ਜੀ। ਇਹ ਕੰਟੀਜੈਂਸੀ ਦੇ ਇੰਪੈਕਟ ਨੇ। ਹੁਣ ਕੀ ਔਨ ਦਾ ਹੈਪਨਿੰਗ ਆਫ ਦਾ ਇਵੈਂਟ ਹੈ ਕਿ ਕੋਈ ਵੀ ਚੀਜ਼ ਅਗਰ ਹੋਏਗੀ ਤਦੀ ਉਹ ਕੰਟਰੈਕਟ ਹੋਏਗਾ। ਅਗਰ ਮੰਨ ਲਓ ਕਿਸੇ ਚੀਜ਼ ਪਰਟੀਕੂਲਰ ਪਰਪਸ ਵਾਸਤੇ ਕੰਟਰੈਕਟ ਕੀਤਾ ਗਿਆ ਸੀ ਉਹ ਕਰੀ ਹੀ ਨਹੀਂ ਹੋ ਰਹੀ ਤਦ ਕੀ ਇਹ ਕੰਟਰੈਕਟ ਵੋਇਡ ਡਿਕਲੇਅਰ ਹੋ ਜਾਏਗਾ। ਜਿਹੜਾ ਇੱਕ ਵੇਜਰਿੰਗ ਦਾ ਕੰਟਰੈਕਟ ਸੀ ਆਪਾਂ ਇਹ ਤੋਂ ਪਹਿਲਾਂ ਕੀਤਾ, ਉਹ ਕੰਟਰੈਕਟ ਉਹ ਵੀ ਕੰਟੀਜੈਂਟ ਇਨ ਨੇਚਰ ਸੀਗਾ, ਬਟ ਉਹ ਕੀ ਸੀਗਾ ਡਿਕਲੇਅਰ ਕੀ ਕਰ ਦਿੱਤਾ ਗਿਆ, ਅਵੋਇਡ ਕਰ ਦਿੱਤਾ ਗਿਆ ਸੈਕਸ਼ਨ 30 ਦੇ ਦੁਆਰਾ। ਹੁਣ ਸੈਕਿੰਡ ਕਲੋਜ਼ ਕੀ ਹੈ, ਇਨਫੋਰਸਮੈਂਟ ਆਫ ਕੰਟਰੈਕਟ ਕੰਟੀਜੈਂਟ ਔਨ ਦਾ ਇਵੈਂਟ ਆਫ ਨੋਟ ਹੈਪਨਿੰਗ। ਨੋਟ ਹੈਪਨਿੰਗ ਕੀ ਹੈ ਕਿ ਇੱਕ ਪਰਟੀਕੂਲਰ ਟਾਈਮ ਤੱਕ ਕੋਈ ਇਵੈਂਟ ਅਕਰ ਨਹੀਂ ਹੋਏਗਾ ਤਦ ਉਸ ਚੀਜ਼ ਦੇ ਵਿੱਚ ਕੰਟਰੈਕਟ ਨੂੰ ਫਾਰਮੂਲੇਟ ਕੀਤਾ ਜਾਏਗਾ। ਲੈਟਸ ਸਪੋਜ਼ ਆਪਾਂ ਇੱਕ ਸ਼ਿਪ ਜਾ ਰਹੀ ਸੀ ਇੱਕ ਸ਼ਿਪ ਜਾ ਰਹੀ ਸੀਗੀ A ਔਰ B ਦੋਨਾਂ ਨੇ ਦੇਖਦੇ, ਇਹ ਕਹਿੰਦਾ ਕਿ ਅਗਰ ਇਹ 1 ਸਾਲ ਦੇ ਵਿੱਚ ਵਾਪਸ ਨਹੀਂ ਆਏਗੀ, ਠੀਕ ਹੈ ਜੀ, ਜਾਂ ਸ਼ਿਪ ਜਿਹੜੀ ਆ ਉਹ ਸਿੰਕ ਹੋ ਜਾਏਗੀ ਜਾਂ ਡੁੱਬ ਜਾਏਗੀ, ਠੀਕ ਹੈ, ਤਾਂ ਉਸ ਕੇਸ ਵਿੱਚ ਮੈਂ ਤੈਨੂੰ ਪੈਸੇ ਦਊਂਗਾ। ਹੁਣ 1 ਸਾਲ ਲੰਘ ਜਾਂਦਾ, ਸ਼ਿਪ ਵਾਪਸ ਨਹੀਂ ਆਉਂਦੀ, ਸ਼ਿਪ ਸਮੁੰਦਰ ਦੇ ਵਿੱਚ ਹੀ ਡੁੱਬ ਜਾਂਦੀ ਹੈ। ਹੁਣ ਕੀ ਇਹ ਨੋਟ ਹੈਪਨਿੰਗ ਆਫ ਦਾ ਇਵੈਂਟ ਹੈ ਨਾ। ਇਨਫੋਰਸਮੈਂਟ ਆਫ ਦਾ ਕੰਟਰੈਕਟ ਕੰਟੀਜੈਂਟ ਔਨ ਐਨ ਇਵੈਂਟ ਨੋਟ ਹੈਪਨਿੰਗ। ਹੁਣ ਵਾਪਸ ਨਹੀਂ ਆਈ, ਸ਼ਰਤ ਕਿਸ ਚੀਜ਼ ਦੀ ਲੱਗੀ ਸੀਗੀ ਕਿ 1 ਸਾਲ ਦੇ ਵਿਦਿਨ ਵਾਪਸ ਆ ਜਾਊਗੀ ਤਾਂ ਪੈਸੇ ਮਿਲੂਗੇ। ਹੁਣ ਸ਼ਿਪ ਵਾਪਸ ਹੀ ਨਹੀਂ ਆਈ, ਨੋਨ ਹੈਪਨਿੰਗ ਹੋ ਗਿਆ ਇਵੈਂਟ ਦਾ, ਠੀਕ ਹੈ ਜੀ। ਤਾਂ ਕੰਟਰੈਕਟ ਫਾਰਮੂਲੇਟ ਹੋ ਜਾਏਗਾ ਜਾਂ ਅੱਗੇ ਉਹਦੀ ਫਰਦਰ ਪੇਮੈਂਟ ਹੋ ਜਾਏਗੀ। ਸੈਕਿੰਡ ਹੈਗਾ ਵੈਨ ਇਵੈਂਟ ਔਨ ਵਿਚ ਦਾ ਕੰਟਰੈਕਟ ਇਜ਼ ਕੰਟੀਜੈਂਟ ਟੂ ਬੀ ਡੀਮਡ ਇੰਪੋਸੀਬਲ ਇਫ ਇਟਸ ਫਿਊਚਰ ਕੰਡਕਟ ਆਫ ਅ ਲਿਵਿੰਗ ਪਰਸਨ। ਅਗਰ ਕਿਸੇ ਵੀ ਲਿਵਿੰਗ ਪਰਸਨ ਦੇ ਨਾਲ ਰਿਲੇਟਡ ਕੋਈ ਵੀ ਆਪਾਂ ਕਿਸੇ ਵੀ ਤਰ੍ਹਾਂ ਦਾ ਕੰਟਰੈਕਟ ਕਰਦੇ ਹਾਂ, ਅਗਰ ਉਹ ਮੰਨ ਲਓ ਇੰਪੋਸੀਬਲ ਹੋ ਜਾਂਦਾ ਜਾਂ ਸਰਵਾਈਵ ਹੀ ਨਹੀਂ ਕਰਦਾ ਤਾਂ ਉਸ ਕੇਸ ਦੇ ਵਿੱਚ ਜਿਹੜਾ ਆਪਾਂ ਕੰਟਰੈਕਟ ਐਂਟਰ ਕੀਤਾ ਹੋਇਆ ਉਹਦਾ ਕੀ ਇੰਪੈਕਟ ਰਹੇਗਾ ਦੇਖ ਲੈਂਦੇ ਹਾਂ। A ਐਗਰੀ ਟੂ ਪੇ B ਅ ਸਮ ਆਫ ਮਨੀ ਇਫ B ਮੈਰੀ C ਮੈਰੀ D। अगर B C ना मैरिज करेगा C D ना मैरिज करेगा। द मैरिज ऑफ B to C must now be considered impossible because although it is possible that D may die and that C may afterward marry B। ਹੁਣ A ਨੇ ਐਗਰੀ ਕੀਤਾ ਸੀ, A ਐਗਰੀ ਟੂ ਪੇ B a sum of money। ਕਦੋਂ ਦੇਗਾ, ਇਫ B ਮੈਰੀ C। ਅਗਰ C
बी सी ਨਾਲ ਮੈਰਿਜ ਕਰੇਗਾ ਜਾਂ ਫਿਰ ਸੀ ਡੀ ਨਾਲ ਮੈਰਿਜ ਕਰੇਗਾ। ਹੁਣ ਦੇਖੋ ਨੋਰਮਲ ਇੰਡੀਅਨ ਕਲਚਰ ਦੇ ਵਿੱਚ ਕੀ ਹੈ ਕਿ ਇੱਕੋ ਹੀ ਮੈਰਿਜ, ਹਿੰਦੂ ਲਾਅ ਦੇ ਵਿੱਚ ਇੱਕੋ ਹੀ ਮੈਰਿਜ ਪ੍ਰੀਵੇਲ ਕਰ ਸਕਦੀ ਹੈ ਤੁਹਾਡੀ ਇੱਕ ਪਾਰਟੀਕੂਲਰ ਟਾਈਮ ਦੇ ਉੱਤੇ। ਜਦੋਂ ਤੁਸੀਂ ਉਹਨੂੰ ਡਿਜ਼ੋਲਵ ਨਹੀਂ ਕਰ ਸਕਦੇ, ਦੂਸਰੀ ਨਹੀਂ ਕਰ ਸਕਦੇ। ਸੇਮ ਹੀ ਜਿਹੜਾ ਸਿਰਫ ਇੱਕ ਮੁਸਲਿਮ ਲਾਅ ਹੈ ਜਿਹਦੇ ਵਿੱਚ ਪ੍ਰੋਵੀਜ਼ਨਸ ਨੇ, ਤੁਸੀਂ ਇੱਕ ਤੋਂ ਵੱਧ ਮੈਰਿਜ ਕਰ ਸਕਦੇ ਹੋ, ਅਦਰਵਾਈਜ਼ ਹਿੰਦੂ ਲਾਅ ਦੇ ਵਿੱਚ ਨਹੀਂ ਤੁਸੀਂ ਕਰ ਸਕਦੇ। ਤਾਂ ਇਹਦੇ ਵਿੱਚ ਉਹ ਕੀ ਕਹਿੰਦਾ, ਅਗਰ ਸੀ ਬੀ ਨੂੰ ਕਦੋਂ ਪੈਸੇ ਮਿਲਣੇ ਸੀ, ਅਗਰ ਬੀ ਸੀ ਨਾਲ ਮੈਰਿਜ ਕਰੇਗਾ। ਲੈਟਸ ਸਪੋਜ਼ ਡੀ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਬੀ ਔਰ ਸੀ ਆਪਸ 'ਚ ਮੈਰਿਜ ਕਰ ਲੈਂਦੇ, ਤਾਂ ਇਹ ਜਿਹੜਾ ਕੰਟਰੈਕਟ ਹੈ ਇਹ ਫਾਰਮੂਲੇਟ ਹੋ ਜਾਏਗਾ, ਇਹ ਐਗਜ਼ਿਸਟ ਕਰਨ ਲੱਗ ਜਾਏਗਾ। ਹੁਣ ਨੈਕਸਟ ਹੈਗਾ ਵੈਨ ਦਾ ਕੰਟਰੈਕਟ ਬਿਕਮ ਵੋਇਡ ਵਿਚ ਆਰ ਕੰਟੀਜੈਂਟ ਔਨ ਦਾ ਹੈਪਨਿੰਗ ਆਫ ਅ ਸਪੈਸੀਫਾਈਡ ਇਵੈਂਟ ਵਿਦਇਨ ਅ ਫਿਕਸਡ ਟਾਈਮ। ਇੱਕ ਪਰਟੀਕੂਲਰ ਟਾਈਮ ਦੇ ਵਿੱਚ ਇਵੈਂਟ ਅਕਰ ਹੋ ਗਿਆ, ਠੀਕ ਹੈ ਜੀ। ਹੁਣ ਇਹਦਾ ਐਗਜ਼ਾਮਪਲ ਆਪਾਂ ਸ਼ਿਪ ਵਾਲਾ ਉੱਪਰ ਕੀਤਾ ਸੀ, ਤੁਹਾਨੂੰ ਮੈਂ ਉਹੀ ਦੱਸ ਦਿੰਦੀ ਹਾਂ। ਲੈਟਸ ਸਪੋਜ਼ ਸ਼ਿਪ ਜਾ ਰਹੀ ਸੀਗੀ, ਉਹਨੇ ਸਾਲ ਦੀ ਕਮਿਟਮੈਂਟ ਕੀਤੀ ਸੀ ਕਿ ਸਾਲ ਦੇ ਵਿੱਚ ਵਾਪਸ ਆ ਜਾਏਗੀ। ਮੰਨ ਲਓ ਸ਼ਿਪ 360 ਦਿਨਾਂ ਦੇ ਵਿੱਚ ਆ ਗਈ, ਠੀਕ ਹੈ ਜੀ, ਫਿਕਸ ਟਾਈਮ ਦੇ ਵਿੱਚ ਵਾਪਸ ਆ ਗਈ ਹੈ, ਤਾਂ ਜਿਹੜਾ ਇਹ ਕੰਟਰੈਕਟ ਹੈ ਫਾਰਮੂਲੇਟ ਹੋ ਜਾਏਗਾ। ਜਿਹੜਾ ਨੈਕਸਟ ਪੁਆਇੰਟ ਹੈ ਐਗਰੀਮੈਂਟ ਕੰਟੀਜੈਂਟ ਔਨ ਦਾ ਇੰਪੋਸੀਬਲ ਇਵੈਂਟ ਵੋਇਡ। ਮੰਨ ਲਓ ਆਪਾਂ ਕਿਸੇ ਵੀ ਤਰ੍ਹਾਂ ਦਾ ਇੰਪੋਸੀਬਲ ਇਵੈਂਟ ਦੀ ਗੱਲ ਕਰ ਰਹੇ ਹਾਂ। ਮੰਨ ਲਓ ਮੈਂ ਕਹਾਂ ਵੀ ਮੈਂ ਆਸਮਾਨ ਤੋਂ ਜਿਹੜਾ ਤਾਰੇ ਤੋੜ ਕੇ ਲਿਆਊਗਾ, ਉਹਨੂੰ ਜਿਹੜਾ ਹੈਗਾ ਕੰਟਰੈਕਟ ਜਾਂ ਪੇਮੈਂਟ ਕੀਤੀ ਜਾਊਗੀ, ਠੀਕ ਹੈ ਜੀ। ਆਪਾਂ ਇੱਕ ਕੰਟਰੈਕਟ ਦੇ ਵਿੱਚ ਐਂਟਰ ਕਰਕੇ ਇਹ ਚੀਜ਼ ਫਿਜ਼ੀਬਲ ਹੀ ਨਹੀਂ ਹੈਗੀ, ਐਗਜ਼ਿਸਟ ਨਹੀਂ ਕਰ ਸਕਦੀ, ਸੋ ਇਹ ਕੰਟਰੈਕਟ ਵੋਇਡ ਹੋ ਜਾਏਗਾ। ਅਗਰ ਮੰਨ ਲਓ ਮੈਂ ਕਹਾਂਗਾ ਇੱਕ ਸਿੱਧੀ ਲਾਈਨ ਆਸਮਾਨ ਤੱਕ ਖਿੱਚ ਦੋ, ਦੈਟਸ ਨੋਟ ਪੋਸੀਬਲ, ਅਤੇ ਇਸ ਕੇਸ ਦੇ ਵਿੱਚ ਇੰਪੋਸੀਬਲ ਇਵੈਂਟਸ ਦੇ ਵਿੱਚ ਜਿਹੜਾ ਕੰਟਰੈਕਟ ਹੈ ਉਹ ਵੋਇਡ ਹੋ ਜਾਏਗਾ। ਹੁਣ ਇਹ ਤੋਂ ਬਾਅਦ ਕੱਲ੍ਹ ਆਪਾਂ ਚੈਪਟਰ 4 ਕਰਾਂਗੇ। ਜਦ ਤੱਕ ਦੇ ਚੈਪਟਰ 3 ਹੋ ਚੁੱਕੇ। ਅਗਰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਉਹ ਪਲੀਜ਼ ਕਮੈਂਟ ਕਰ ਸਕਦਾ, ਅਤੇ ਉਹਦੀ ਪ੍ਰੋਬਲਮ ਦਾ ਸੋਲਿਊਸ਼ਨ ਦੇ ਦਿੱਤਾ ਜਾਏਗਾ। ਅਗਰ ਕੰਟਰੈਕਟ ਜਾਂ ਫਿਰ ਟਰਾਂਸਪੋਰਟੇਸ਼ਨ ਦੇ ਜਾਂ ਅਸਾਈਨਮੈਂਟਸ ਦੇ ਕਿਸੇ ਵੀ ਤਰ੍ਹਾਂ ਦੇ ਕੁਐਸਚਨ 'ਚ ਕੋਈ ਦਿੱਕਤ ਆਈ ਹੈ ਤਾਂ